Good morning, students. Today we are going to start our fifth chapter of economics, which is production function. ठीक है. Now today we are going to start its introduction. So we are aware that both consumer and producers are needed for smooth functions of the economy. In the previous three chapters, we focused our attention on the behavior of the consumer. Now we will pay attention towards the producer. ठीक है. ਹੁਣ ਤੱਕ ਅਸੀਂ ਕੀਤਾ ਕਿ ਜੋ ਕੰਜ਼ਿਊਮਰਸ ਹੁੰਦਾ ਹੈ ਅਸੀਂ ਉਹਦੀ ਨੀਡਸ ਦੇ ਅਕੋਰਡਿੰਗ ਜਿਹੜੀ ਹੈ ਪ੍ਰੋਡਕਟ ਦੀ ਕੁਆਲਿਟੀ ਨੂੰ ਮੇਨਟੇਨ ਕਰਦੇ ਹਾਂ. ਠੀਕ ਹੈ. ਜਿਹੜਾ ਕੰਜ਼ਿਊਮਰ ਹੈ ਆਪਣੀ ਨੀਡਸ ਦੇ ਅਕੋਰਡਿੰਗ ਪ੍ਰੋਡਕਟ ਨੂੰ ਪਰਚੇਜ਼ ਕਰਦਾ, ਉਹਨਾਂ ਦੇ ਪ੍ਰਾਈਜ਼ਸ ਦੇ ਅਕੋਰਡਿੰਗ ਉਹਨਾਂ ਦੀ ਜਿਹੜੀ ਹੈ ਬਾਇੰਗ ਕੀਤੀ ਜਾਂਦੀ ਹੈ. ਠੀਕ ਹੈ. ਯਾਨੀ ਕਿ ਕੰਜ਼ਿਊਮਰ ਦੀ ਸੈਟਿਸਫੈਕਸ਼ਨ ਕਿਵੇਂ ਹੋਵੇ ਉਹਦਾ ਧਿਆਨ ਦਿੱਤਾ ਜਾਂਦਾ ਹੈ. ਅਤੇ ਹੁਣ ਪ੍ਰੋਡਕਸ਼ਨ ਫੰਕਸ਼ਨਸ ਦੇ ਵਿੱਚ ਕੀ ਹੁੰਦਾ ਕਿ ਅਗਰ ਮਾਰਕੀਟ ਦੇ ਵਿੱਚ ਕੋਈ ਗੁੱਡਸ ਬੈਟਰ ਕੁਆਲਿਟੀ ਦੀ ਪ੍ਰੋਡਿਊਸ ਹੁੰਦੀ ਹੈ, ਠੀਕ ਹੈ, ਅਗਰ ਕਿਸੇ ਬੈਟਰ ਕੁਆਲਿਟੀ ਦੀ ਗੁੱਡਸ ਦੀ ਪ੍ਰੋਡਕਸ਼ਨ ਕੀਤੀ ਜਾਂਦੀ ਹੈ ਤਾਂ ਹੀ ਉਹ ਮਾਰਕੀਟ ਦੇ ਵਿੱਚ ਜਾ ਕੇ ਅਗਰ ਉਹਦੀ ਕੁਆਲਿਟੀ ਬੈਟਰ ਹੋਏਗੀ ਤਾਂ ਹੀ ਉਹਦੀ ਸੈਲਿੰਗ ਕੀਤੀ ਜਾਂਦੀ ਹੈ, ਤਾਂ ਹੀ ਮਾਰਕੀਟ ਦੇ ਵਿੱਚ ਉਹਦੀ ਜਿਹੜੀ ਪਰਚੇਜ਼ਿੰਗ ਕੀਤੀ ਜਾਏਗੀ ਬਾਈ ਦਾ ਕੰਜ਼ਿਊਮਰਸ. ਠੀਕ ਹੈ. ਸੋ ਪ੍ਰੋਡਕਸ਼ਨ ਸਾਨੂੰ ਕੀ ਦੱਸਦਾ ਕਿ ਜਦੋਂ ਕੋਈ ਇਨਪੁਟਸ ਹੁੰਦੇ ਨੇ, ਕੋਈ ਸਾਡੇ ਕੋਲ ਰॉ ਮਟੀਰੀਅਲ ਹੁੰਦਾ ਹੈ, ਜਦੋਂ ਫੈਕਟਰੀ ਦੇ ਵਿੱਚ ਆਉਂਦਾ ਹੈ, ਠੀਕ ਹੈ, ਉੱਥੇ ਉਹਦੀ ਮੈਨੂਫੈਕਚਰਿੰਗ ਕੀਤੀ ਜਾਂਦੀ ਹੈ. ਮੈਨੂਫੈਕਚਰਿੰਗ ਤੋਂ ਬਾਅਦ ਜਦੋਂ ਸਾਨੂੰ ਕੋਈ ਫਾਈਨਲ ਪ੍ਰੋਡਕਟ ਮਿਲਦਾ ਉਹਦੇ ਤੋਂ, ਉਹਨੂੰ ਅਸੀਂ ਆਊਟਪੁੱਟ ਕਹਿੰਦੇ ਹਾਂ. ਠੀਕ ਹੈ. ਸਪੋਜ਼ ਕਰੋ ਕਿ ਇੱਥੇ ਐਗਜ਼ਾਮਪਲ ਦਿੱਤੀ ਹੋਈ ਹੈ ਕਿ ਅਗਰ ਲੈਦਰ ਹੈ, ਠੀਕ ਹੈ, ਲੈਦਰ ਨੂੰ ਅਸੀਂ ਡਾਇਰੈਕਟਲੀ ਯੂਜ਼ ਨਹੀਂ ਕਰ ਸਕਦੇ, ਬਟ ਜਦੋਂ ਫੈਕਟਰੀ ਦੇ ਵਿੱਚ ਉਹਨੂੰ ਮੈਨੂਫੈਕਚਰ ਕੀਤਾ ਜਾਂਦਾ ਹੈ ਔਰ ਫੈਕਟਰੀ ਦੇ ਵਿੱਚ ਉਹ ਤੋਂ ਸ਼ੂਜ਼ ਠੀਕ ਹੈ, ਇੱਥੇ ਸ਼ੂਜ਼, ਬੈਗਸ, ਜੈਕਟਸ ਵਗੈਰਾ ਜਦੋਂ ਉਹਦੀਆਂ ਮੈਨੂਫੈਕਚਰਿੰਗ ਹੁੰਦੀ ਹੈ ਤਾਂ ਅਸੀਂ ਉਹਨਾਂ ਨੂੰ ਯੂਜ਼ ਕਰਦੇ ਹਾਂ. ਠੀਕ ਹੈ. ਇਹ ਸਾਡਾ ਜਿਹੜਾ ਫੁੱਲ ਪ੍ਰੋਸੀਜਰ ਹੁੰਦਾ ਹੈ, ਇਹ ਸਾਰਾ ਕਿਹਦੇ ਵਿੱਚ ਇਨਕਲੂਡ ਹੁੰਦਾ ਹੈ? ਪ੍ਰੋਡਕਸ਼ਨ ਫੰਕਸ਼ਨਸ ਦੇ ਵਿੱਚ. ਕਲੀਅਰ ਹੈ ਕਿ ਪ੍ਰੋਡਕਸ਼ਨ ਰੈਫਰਸ ਟੂ ਦਾ ਟਰਾਂਸਫੋਰਮੇਸ਼ਨਸ ਆਫ ਦਾ ਇਨਪੁਟਸ ਇਨਟੂ ਆਊਟਪੁੱਟ. ਜਦੋਂ ਅਸੀਂ ਗੁੱਡਸ ਇਨਪੁੱਟ ਨੂੰ ਆਊਟਪੁੱਟ ਦੇ ਵਿੱਚ ਚੇਂਜ ਕਰਦੇ ਹਾਂ, ਦੈਟ ਵਿਲ ਬਿਕਮ ਇਨਟੂ ਦਾ ਪ੍ਰੋਡਕਸ਼ਨ ਫੰਕਸ਼ਨਸ. ਠੀਕ ਹੈ. ਸੋ ਪ੍ਰੋਡਕਸ਼ਨ ਫੰਕਸ਼ਨਸ ਦੇ ਵਿੱਚ ਸਾਨੂੰ ਕੀ ਚਾਹੀਦਾ ਹੈ ਕਿ ਪ੍ਰੋਡਕਸ਼ਨ ਫੰਕਸ਼ਨਸ ਦੇ ਵਿੱਚ ਸਾਡੀ ਕੀ ਕੁਛ ਫੈਕਟਰਸ ਹੁੰਦੇ ਨੇ ਜਿਹੜੇ ਸਾਡੀ ਹੈਲਪ ਕਰਦੇ ਨੇ. ਕਿਹੜੇ ਫੰਕਸ਼ਨਸ ਹੁੰਦੇ ਨੇ? ਜਿਵੇਂ ਕਿ ਅਸੀਂ ਲੈਂਡ ਯੂਜ਼ ਕੀਤੀ ਜਾਂਦੀ ਹੈ, ਠੀਕ ਹੈ, ਲੈਂਡ, ਲੇਬਰ, ਕੈਪੀਟਲ, ਐਂਟਰਪ੍ਰੀਨਿਓਰ ਅਸੀਂ ਯੂਜ਼ ਕਰਦੇ ਹਾਂ ਔਰ ਕੈਪੀਟਲ. ਠੀਕ ਹੈ. ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰਦੇ ਹਾਂ ਫਿਰ ਹੀ ਅਸੀਂ ਕਿਸੇ ਫੈਕਟਰੀ ਦੇ ਵਿੱਚ ਉਹ ਮੈਨੂਫੈਕਚਰਿੰਗ ਜੋ ਗੁੱਡਸ ਕੀਤੀਆਂ ਜਾਂਦੀਆਂ ਨੇ ਉਹਨਾਂ ਤੋਂ ਅਸੀਂ ਆਊਟਪੁੱਟ ਨੂੰ ਪ੍ਰੋਡਿਊਸ ਕਰਦੇ ਹਾਂ. ਠੀਕ ਹੈ. So production functions is an expression of the technology relationship between physical inputs and output of a goods. Now next topic is short run and the long run. ठीक है. Short run और long run की होंगे production functions से. First topic है short run. So short run refer to a period in which output can be changed by changing only variable factors. So ਜਦੋਂ ਪ੍ਰੋਡਕਸ਼ਨ ਕੀਤੀ ਜਾਂਦੀ ਹੈ ਤਾਂ ਕੁਝ ਵੇਰੀਏਬਲਸ ਫੈਕਟਰ ਹੁੰਦੇ ਨੇ, ਕੁਝ ਫਿਕਸ ਫੈਕਟਰ ਹੁੰਦੇ ਨੇ. ਵੇਰੀਏਬਲ ਫੈਕਟਰਸ ਉਹ ਹੁੰਦੇ ਨੇ ਜਿਹੜੇ ਕਿ ਇਮੀਡੀਏਟਲੀ ਅਸੀਂ ਉਹਨਾਂ ਨੂੰ ਚੇਂਜ ਕਰ ਸਕਦੇ ਹਾਂ, ਬਟ ਫਿਕਸਡ ਫੈਕਟਰ ਉਹ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਈਜ਼ੀਲੀ ਚੇਂਜ ਨਹੀਂ ਕਰ ਸਕਦੇ. ਫਿਕਸਡ ਮਤਲਬ ਉਹ ਫਿਕਸ ਹੀ ਰਹਿੰਦੇ ਨੇ. ਸਪੋਜ਼ ਕਰੋ ਕਿ ਕੋਈ ਲੈਂਡ ਲਈ ਹੈ, ਉਸ ਲੈਂਡ ਦੇ ਉੱਪਰ ਫੈਕਟਰੀ ਬਣ ਚੁੱਕੀ ਹੈ, ਠੀਕ ਹੈ, ਉੱਥੇ ਅਸੀਂ ਮੈਨੂਫੈਕਚਰਿੰਗ ਕਰਨੀ ਹੈ ਤਾਂ ਉਹ ਫਿਕਸ ਹੈ. ਇਹ ਨਹੀਂ ਹੈ ਕਿ ਅਸੀਂ ਇੱਥੇ ਮੈਨੂਫੈਕਚਰਿੰਗ ਕਰਨ ਲੱਗੇ ਹਾਂ, ਕੱਲ੍ਹ ਨੂੰ ਅਸੀਂ ਕਿਸੇ ਹੋਰ ਥਾਂ ਉੱਤੇ ਮੈਨੂਫੈਕਚਰਿੰਗ ਕਰਾਂਗੇ. ਠੀਕ ਹੈ. ਉਹ ਫਿਕਸਡ ਫੈਕਟਰ ਹੁੰਦੇ ਹੈ. So in the short run, we can change only the variable factors and we cannot change the fixed factor. ठीक है. अगर producers ने अपनी घट ਜਾਂ ਵੱਧ करना है तो जो variable factors होंगे सिर्फ उन्होंने ही change करेगा. ठीक है. So long run refer to a period in which output can be changed by changing all factors of production. So long run है साढ़े कोल time है वो long period है. ठीक है. ਜੋ ਪ੍ਰੋਡਿਊਸਰਸ ਹੁੰਦੇ ਨੇ ਜਿਹੜੇ ਕਿ ਮੈਨੂਫੈਕਚਰਿੰਗ ਕਰਦੇ ਨੇ, ਉਹ ਗੁੱਡਸ ਦੇ ਵਿੱਚ ਜੋ ਫੈਕਟਰ ਯੂਜ਼ ਹੋ ਰਹੇ ਨੇ ਉਹਨਾਂ ਨੂੰ, ਚਾਹੇ ਉਹ ਲੈਂਡ ਹੋਏ, ਮਸ਼ੀਨਰੀ ਹੋਏ, ਪਲਾਂਟ ਹੋਏ, ਠੀਕ ਹੈ, ਉਹ ਈਜ਼ੀਲੀ ਵੇਰੀਏਬਲ ਔਰ ਫਿਕਸਡ ਫੈਕਟਰ ਦੋਨਾਂ ਨੂੰ ਹੀ ਚੇਂਜ ਕਰ ਸਕਦੇ ਨੇ. ਠੀਕ ਹੈ. ਆਊਟਪੁੱਟ ਜੋ ਹੋਏਗੀ ਉਹਨੂੰ ਇਨਕਰੀਜ਼ ਵੀ ਕਰ ਸਕਦੇ ਆ ਔਰ ਉਹਨੂੰ ਡਿਕਰੀਜ਼ ਵੀ ਕਰ ਸਕਦੇ ਆ ਅਕੋਰਡਿੰਗ ਟੂ ਦਾ ਕੰਜ਼ਿਊਮਰ ਜਾਂ ਅਕੋਰਡਿੰਗ ਟੂ ਦਾ ਸਪਲਾਈ ਨੀਡ. ਠੀਕ ਹੈ. ਸੋ ਲੌਂਗ ਰਨ ਦੇ ਵਿੱਚ ਇਹ ਕੋਈ ਵੀ ਕੰਪਲਸਰੀ ਨਹੀਂ ਹੁੰਦਾ ਕਿ ਅਸੀਂ ਸਿਰਫ ਵੇਰੀਏਬਲ ਨੂੰ ਹੀ ਚੇਂਜ ਕਰ ਸਕਦੇ ਹਾਂ. ਵੇਰੀਏਬਲ ਔਰ ਫਿਕਸਡ ਦੋਨੋਂ ਹੀ ਲੌਂਗ ਰਨ ਦੇ ਵਿੱਚ ਚੇਂਜ ਹੋ ਸਕਦੇ ਹੈ. ਠੀਕ ਹੈ. ਸੋ ਇੱਕ ਡਿਫਰੈਂਸ ਹੈ, ਡਿਫਰੈਂਸ ਦੇ ਵਿੱਚ ਕਲੀਅਰ ਹੋ ਜਾਏਗਾ. ਫਸਟ ਹੈ
मीनिंग सो मीनिंग ਇਹਦੇ ਵਿੱਚ ਸਾਨੂੰ ਕਲੀਅਰ ਹੈ ਕਿ ਸ਼ਾਰਟ ਰਨ ਰੈਫਰ ਟੂ ਅ ਪੀਰੀਅਡ ਇਨ ਵਿਚ ਆਊਟਪੁੱਟ ਕੈਨ ਬੀ ਚੇਂਜ ਬਾਈ ਚੇਂਜਿੰਗ ਓਨਲੀ ਵੇਰੀਏਬਲ ਫੈਕਟਰਸ, ਠੀਕ ਹੈ। ਔਰ ਲੌਂਗ ਰਨ ਦੇ ਵਿੱਚ ਸਿਰਫ ਅਸੀਂ ਜੋ ਹੁੰਦਾ ਕਿ ਫਿਕਸਡ ਔਰ ਵੇਰੀਏਬਲ ਦੋਨਾਂ ਨੂੰ ਹੀ ਚੇਂਜ ਕਰ ਸਕਦੇ ਹਾਂ। ਕਲਾਸੀਫਿਕੇਸ਼ਨਸ ਆਫ ਫੈਕਟਰਸ ਆਰ ਕਲਾਸੀਫਾਈਡ ਐਜ਼ ਵੇਰੀਏਬਲ ਫਿਕਸਡ ਫੈਕਟਰ ਇਨ ਦਾ ਸ਼ਾਰਟ ਰਨ, ਠੀਕ ਹੈ। ਕਲਾਸੀਫਾਈ ਕੀਤਾ ਜਾਂਦਾ ਹੈ ਵੇਰੀਏਬਲ ਔਰ ਫਿਕਸਡ ਨੂੰ, ਔਰ ਇਹਦੇ ਵਿੱਚ ਕੀ ਹੁੰਦਾ ਕਿ ਵੇਰੀਏਬਲਸ ਹੁੰਦੇ ਨੇ ਸਾਰੇ ਲੌਂਗ ਪੀਰੀਅਡ ਦੇ ਵਿੱਚ ਵੇਰੀਏਬਲ ਹੀ ਹੋ ਜਾਂਦੇ ਨੇ ਕਿਉਂਕਿ ਉਹ ਚੇਂਜ ਹੋ ਜਾਂਦੇ ਨੇ, ਠੀਕ ਹੈ। ਪ੍ਰਾਈਸ ਡਿਟਰਮੀਨੇਸ਼ਨ ਇਨ ਦਾ ਸ਼ਾਰਟ ਰਨ, ਡਿਮਾਂਡ ਇਜ਼ ਮੋਰ active in a price determination as supply cannot be increased immediately without increase in a demand, ठीक है। क्योंकि सिर्फ वेरीएबल फैक्टर ही इंक्रीज होंगे ने, पीरीयड शॉर्ट होंगे, सो असी एकदम जो है सप्लाई नू चेंज इनक्रीज नहीं कर सकते। बट लॉन्ग पीरीयड दे विच की है साडे कोल टाइम ज़्यादा होंदा है, असी अपने नीड के अकॉर्डिंग जो है सप्लाई नू इनक्रीज कर सकते हैं, ठीक है। नैक्सट है वेरीएबल फैक्टर्स एंड फिक्सड फैक्टर। एक क्लीयर ही हो गया कि वेरीएबल फैक्टर्स रैफर टू दोज फैक्टर विच कैन बी चेंज इन टू द शॉर्ट रन, जोड़े कि शॉर्ट रन के ही चेंज हो सकते हैं, ठीक है। फॉर एग्जाम्पल्स है रॉ मटीरियल हो गया, लेबर हो जाती है, ठीक है। साढ़े कोल पावर फ्यूल्स हो जाते हैं, इन्हों असी चेंज कर सकते हैं। फिक्सड फैक्टर रैफर टू द दोज फैक्टर्स विच कैनॉट बी चेंज इन टू द शॉर्ट रन, जोड़े कि शॉर्ट रन के चेंज नहीं हो सकते, ठीक है। ये लॉन्ग पीरियड के चेंज हो सकते हैं। फॉर एग्जाम्पल्स के मशीनरी हुई, बिल्डिंग हुई, ठीक है, कोई प्लांट हो गया, ये सिर्फ असी लॉन्ग रन के चेंज कर सकते हैं, ये फिक्स होंगे है। नैक्सट इज टाइप्स ऑफ प्रोडक्शन फंक्शन। सो टाइप्स किनिया होंदियां ने, फर्स्ट है शॉर्ट रन प्रोडक्शन फंक्शनस, दैट इज कॉल्ड वेरीएबल प्रोपोर्शन टाइप, ठीक है। नैक्सट है लॉन्ग रन प्रोडक्शन फंक्शन एंड दैट इज कॉन्स्टेंट प्रोपोर्शन टाइप। Short run production functions refer to a situation when output is increased by changing only one input while keeping other factor inputs unchanged, ठीक है। सिर्फ वेरीएबल फैक्टर ही चेंज होंगे, फिक्सड फैक्टर ये चेंज नहीं होंगे, सो दैट इज कॉल्ड शॉर्ट रन प्रोडक्शन फंक्शंस। एंड लॉन्ग रन प्रोडक्शन फंक्शंस रेफर टू दोज फंक्शन सिचुएशन when output is increased by increasing all the inputs simultaneously and in the same proportions। सो ये की होंगे सिर्फ लॉन्ग रन दे विच असी सानू की पता है कि असी वेरीएबल भी और अपने फिक्सड फैक्टर भी दोनों नू ही ईजली चेंज कर सकते हैं और अपनी जी सप्लाई है उन्होंने इनक्रीज कर सकते हैं, ठीक है। अपना जोड़ा मटीरियल है स्टोर कर सकते हैं सप्लाई में इनक्रीज करके। नैक्सट है कंसैप्ट ऑफ प्रोडक्ट। सो प्रोडक्ट के किहड़े कंसैप्ट आते हैं, एक तो टोटल प्रोडक्ट आता है, मार्जिनल प्रोडक्ट एंड एवरेज प्रोडक्ट। बहुत ईजी है कि टोटल प्रोडक्ट की होएगा, देखो कि टोटल प्रोडक्ट रेफर टू टोटल क्वांटिटी ऑफ अ गुड प्रोड्यूस्ड बाय अ फर्म ड्यूरिंग अ गिवन पीरियड ऑफ टाइम विद गिवन नंबर ऑफ इनपुट्स, ठीक है। फैक्ट्री दे विच जां जिथे भी किसी आउटपुट की मैनुफैक्चरिंग हो रही है उत्थे जिहड़ियां टोटल गुड्स प्रोड्यूस कीतियां जांदियां ने दैट इज़ कॉल्ड टोटल प्रोडक्ट। इट मीनस सपोज करो कि एक दिन दे विच अगर 10 यूनिट्स किसी प्रोडक्ट के प्रोड्यूस किए जाते हैं, वन डे दे विच अगर 30 यूनिट्स प्रोड्यूस किए जाते हैं, इट मीनस असी की कहांगे कि एक दिन की जो टोटल प्रोडक्ट होएगी वो 30 यूनिट्स होएगी। इस तरह असी पूरे मंथ दे विच कैलकुलेट कर लाँगे कि साढ़े कोल किन्ने किन्ने यूनिट्स मैनुफैक्चरिंग हो रही हैं। जिन्ने मैनुफैक्चरिंग यूनिट्स कोई कंपनी कोई फैक्ट्री प्रोड्यूस करती है वो उत्थों दे टोटल प्रोडक्ट दे विच काउंट होंदे है, ठीक है। वो साडी टोटल प्रोडक्ट होंदी है कि जिन्ने प्रोडक्ट उन्होंने मैनुफैक्चर किए हैं। एवरेज प्रोडक्ट रेफर टू द आउटपुट पर यूनिट ऑफ वेरीएबल इनपुट। सो इफ द टोटल प्रोडक्ट इज 60 kg ऑफ राइस प्रोड्यूस्ड बाय 10 लेबर्स, ठीक है। सो एवरेज प्रोडक्ट की होएगी, एवरेज प्रोडक्ट फॉर्मूला इज टोटल प्रोडक्ट ओवर यूनिट ऑफ वेरीएबल फैक्टर, ठीक है। टोटल प्रोडक्ट अपनी कितनी है, टोटल प्रोडक्ट इज 60, ओके 60, और किन्ने लेबर ने यो मैनुफैक्चरिंग किते ने 10, सो अपने कोल 6 की आ जाएगी एवरेज प्रोडक्ट, ठीक है। नैक्सट है मार्जिनल प्रोडक्ट रेफर टू एडिशनल टू टोटल प्रोडक्ट वैन वन मोर यूनिट ऑफ वेरीएबल फैक्टर इज इंप्लॉयड, ठीक है। सपोज करो कि असी लेबर साढ़े कोल इत्थे 10 सी, असी एक होर इंक्रीज करती, सपोज हुण साढ़े कोल लेबर कितनी है 11, 11 लेबर है। 11 लेबर जदों काम करेगी तो उन्होंने 60 kg तो ज़्यादा राइस नूं प्रोड्यूस किया, ठीक है, मैनुफैक्चरिंग किया, तो साढ़े कोल जो
ਇੱਕ ਐਡੀਸ਼ਨਲ ਲੇਬਰ ਨੂੰ ਲਗਾਉਣ ਦੇ ਨਾਲ ਸਾਡੀ ਟੋਟਲ ਪ੍ਰੋਡਕਟ ਦੇ ਵਿੱਚ ਕਿੰਨਾ ਜਿੰਨਾ ਚੇਂਜਸ ਆਏਗਾ ਦੈਟ ਇਜ਼ ਕਾਲਡ MP ਮਾਰਜਨਲ ਪ੍ਰੋਡਕਟ। ਠੀਕ ਹੈ, ਸਪੋਜ਼ ਕਰੋ ਕਿ ਪਹਿਲਾਂ 60 ਹੋ ਰਹੀ ਸੀ ਬਟ ਹੁਣ ਮੈਂ 11 ਲੇਬਰ ਲਗਾ ਰਹੀ ਹਾਂ। ਠੀਕ ਹੈ, 11 ਲੇਬਰ ਤੋਂ ਬਾਅਦ ਆਪਣੇ ਕੋਲ 66 ਜਿਹੜੀ ਹੈ ਉਹ 66 kg ਕੀ ਹੈ ਸਾਡੇ ਕੋਲ ਮੈਨੂਫੈਕਚਰਿੰਗ ਹੋ ਰਹੀ ਹੈ। ਸੋ 66 ਦੇ ਵਿੱਚੋਂ ਜਦੋਂ ਅਸੀਂ 60 ਮਾਈਨਸ ਕਰਾਂਗੇ ਆਪਣੇ ਕੋਲ ਜੋ 6 kg ਹੈ ਦੈਟ ਇਜ਼ MP ਜੋ ਐਕਸਟਰਾ ਪ੍ਰੋਡਿਊਸ ਹੋਈ ਹੈ। ਠੀਕ ਹੈ, ਉਹ ਕੀ ਹੋਏਗੀ ਆਪਣੀ ਮਾਰਜਨਲ ਪ੍ਰੋਡਕਟ। ਕਲੀਅਰ ਹੈ। ਸੋ ਨੈਕਸਟ ਟॉपिक इज return to a factor that is called law of variable proportion। ठीक है, it's a very important questions। प्रोडक्शन फंक्शंस ਦੇ ਵਿੱਚ ਇੱਕ law ਆਉਂਦਾ ਹੈ that is called law of variable proportion ਕਿ variable proportion ਕਿਸ ਤਰ੍ਹਾਂ ਕੰਮ ਕਰਦਾ ਹੈ ਪ੍ਰੋਡਕਸ਼ਨ ਫੰਕਸ਼ਨਸ ਦੇ ਵਿੱਚ, ਕੀ ਹੁੰਦੀਆਂ ਨੇ, ਕਿਵੇਂ ਸਾਨੂੰ ਰਿਟਰਨਸ ਮਿਲਦੀਆਂ ਨੇ ਪ੍ਰੋਡਕਸ਼ਨ ਫੰਕਸ਼ਨਸ ਜਦੋਂ ਕੀਤਾ ਜਾਂਦਾ ਹੈ। ਠੀਕ ਹੈ, ਪਹਿਲਾਂ ਕਿ ਜੋ law of return to a factor refer to the resultant increase in the total product when only one factor is increased keeping all other factor fixed। ठीक है, सिर्फ एक फैक्टर ਨੂੰ ਹੀ ਅਸੀਂ ਚੇਂਜ ਕਰਨਾ ਹੈ, ਬਾਕੀ ਜੋ ਫੈਕਟਰ ਹੋਣਗੇ ਉਹਨਾਂ ਨੂੰ ਅਸੀਂ ਕੀ ਕਰਨਾ ਹੈ, ਫਿਕਸਡ ਰੱਖਣਾ ਹੈ, ਉਹਨਾਂ ਨੂੰ ਅਸੀਂ ਚੇਂਜ ਨਹੀਂ ਕਰਨਾ। ਠੀਕ ਹੈ, ਲਾਅ ਆਫ ਵੇਰੀਏਬਲ ਪ੍ਰੋਪੋਰਸ਼ਨਸ ਦੇ ਵਿੱਚ। ਸੋ in the short run when one input is variable and all other inputs are fixed the form production function exhibits the law of variable proportion। So law of variable proportions is one of the most important law of productions। It shows the nature of the rate of exchange in input due to change in only one variable of production। ठीक है, कि ਇਹ ਸਾਨੂੰ ਦੱਸਦਾ ਕਿ ਜਦੋਂ ਸਿਰਫ ਇੱਕ ਅਸੀਂ ਫੰਕਸ਼ਨਸ ਨੂੰ ਚੇਂਜ ਕਰਦੇ ਹਾਂ ਉਦੋਂ ਸਾਡੀ ਰਿਟਰਨ ਦੇ ਵਿੱਚ ਜਾਂ ਉਦੋਂ ਸਾਡੀ ਪ੍ਰੋਡਕਟ ਦੇ ਵਿੱਚ ਕੀ ਚੇਂਜਸ ਆਉਂਦਾ ਹੈ, ਸਿਰਫ ਇੱਕ ਫੰਕਸ਼ਨਸ ਨੂੰ ਜਦੋਂ ਚੇਂਜ ਕੀਤਾ ਜਾਂਦਾ ਹੈ। ਠੀਕ ਹੈ, ਸੋ law of variable proportion is also known as the law of returns ਜਾਂ law of return to a factor or return to a variable factor। ठीक है, सो क्वेश्चन आ सकता है कि law of return explain करो, law of return to a factor ਜਾਂ आ सकता है कि return to variable factors ਜਾਂ आ जाएगा ਤੁਹਾਨੂੰ law of variable proportion। ठीक है, ਕਿਸੇ ਵੀ ਤਰੀਕੇ ਦੇ ਨਾਲ ਇਹ क्वेश्चन ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ ਹੈ। ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਅਜ਼ੰਪਸ਼ਨਸ ਕਰਾਂਗੇ। ਲਾਅ ਦਾ ਮੀਨਿੰਗ ਹੈ ਕਿ ਸਿਰਫ ਇੱਕ ਫੈਕਟਰ ਨੂੰ ਹੀ ਅਸੀਂ ਚੇਂਜ ਕਰਨਾ ਹੈ, ਇਹ ਨਹੀਂ ਹੈ ਕਿ ਅਸੀਂ ਸਾਰੇ ਫੈਕਟਰਸ ਨੂੰ ਚੇਂਜ ਕਰਾਂਗੇ। ਜਦੋਂ ਇੱਕ ਫੈਕਟਰ ਚੇਂਜ ਕੀਤਾ ਜਾਂਦਾ ਹੈ ਬਾਕੀ ਫੈਕਟਰ ਫਿਕਸਡ ਰੱਖੇ ਜਾਂਦੇ ਹੈ ਤਾਂ ਸਾਡੀ ਟੋਟਲ ਪ੍ਰੋਡਕਟ ਦੇ ਵਿੱਚ ਕੀ ਚੇਂਜਸ ਆਉਂਦਾ ਹੈ ਉਹ ਮੈਂਸ਼ਨ ਕੀਤਾ ਗਿਆ ਹੈ ਇਨ ਦਾ ਲਾਅ ਆਫ ਵੇਰੀਏਬਲ ਪ੍ਰੋਪੋਰਸ਼ਨਸ। ਅਜ਼ੰਪਸ਼ਨਸ ਦੇ ਵਿੱਚ ਹੈ ਇਹ ਸ਼ਾਰਟ ਰਨ ਦੇ ਨਾਲ ਇਹਦੇ ਵਿੱਚ ਇਨਕਲੂਡ ਹੈ ਕਿ ਸ਼ਾਰਟ ਰਨ ਨੂੰ ਹੀ ਅਸੀਂ ਯੂਜ਼ ਕਰਨਾ ਹੈ, ਲੌਂਗ ਰਨ ਨੂੰ ਯੂਜ਼ ਨਹੀਂ ਕਰਨਾ। ਲੌਂਗ ਰਨ ਦੇ ਵਿੱਚ ਤਾਂ ਸਾਰੇ ਵੇਰੀਏਬਲ ਹੀ ਫੈਕਟਰਸ ਹੀ ਚੇਂਜ ਹੋ ਜਾਂਦੇ ਆ ਬਟ ਸ਼ਾਰਟ ਰਨ ਦੇ ਵਿੱਚ ਸਿਰਫ ਇੱਕ ਫੈਕਟਰ ਨੂੰ ਹੀ ਅਸੀਂ ਇਹਦੇ ਵਿੱਚ ਚੇਂਜ ਕਰਨਾ ਹੈ, ਬਾਕੀ ਫੈਕਟਰ ਫਿਕਸ ਹੁੰਦੇ ਆ। ਠੀਕ ਹੈ, ਲਾਅ ਆਫ ਵੇਰੀਏਬਲ ਪ੍ਰੋਪੋਰਸ਼ਨ ਹੈ ਇਹਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਇਹਦੇ ਵਿੱਚ ਪ੍ਰੋਡਕਸ਼ਨ ਫੰਕਸ਼ਨਸ ਨੂੰ ਲਿਆ ਜਾਂਦਾ ਕਿ ਜਿਹਦੇ ਵਿੱਚ ਕੁਝ ਪ੍ਰੋਡਕਟਿਵਿਟੀ ਹੋਣੀ ਚਾਹੀਦੀ ਹੈ, ਕੁਝ ਪ੍ਰੋਡਕਸ਼ਨ ਹੋਣਾ ਚਾਹੀਦਾ ਹੈ, ਫੈਕਟਰੀ ਦੇ ਵਿੱਚ ਮੈਨੂਫੈਕਚਰਿੰਗ ਹੋਣੀ ਚਾਹੀਦੀ ਹੈ। ਬਾਕੀ ਜਿਹੜੇ ਫੈਕਟਰਸ ਹੁੰਦੇ ਨੇ ਅਗਰ ਚੇਂਜ ਹੁੰਦੇ ਨੇ ਤੇ ਉਹਦੇ ਨਾਲ ਸਾਡੇ ਵੇਰੀਏਬਲ ਫੈਕਟਰਸ ਕੈਨ ਬੀ ਈਜ਼ਲੀ ਡਿਟਰਮਿਨ ਇਹਦੇ ਵਿੱਚ ਕੀਤੇ ਜਾਂਦੇ ਨੇ। ਦਿਸ ਇਜ਼ assumed that factor of production become imperfect substitute। ਇਹਦੇ ਵਿੱਚ ਕੋਈ ਵੀ ਅਸੀਂ ਸਬਸਟੀਟਿਊਟਸ ਨਹੀਂ ਲੈ ਕੇ ਆਉਣੇ ਹੈਗੇ, ਜੋ ਫੈਕਟਰ ਯੂਜ਼ ਕਰ ਰਹੇ ਹਾਂ ਉਹਨਾਂ ਦੇ ਅਕੋਰਡਿੰਗ ਹੀ ਅਸੀਂ ਲਾਅ ਦੇ ਵਿੱਚ ਐਪਲੀਕੇਬਲ ਕਰਨੀ ਹੈ। ਠੀਕ ਹੈ, ਟੈਕਨੋਲੋਜੀ ਹੈ ਜਿਹੜੀ ਉਹ ਵੀ ਅਸੀਂ ਕੌਨਸਟੈਂਟ ਰੱਖੀ ਹੈ, ਬਾਰ-ਬਾਰ ਟੈਕਨੋਲੋਜੀ ਨੂੰ ਅਸੀਂ ਯੂਜ਼ ਨਹੀਂ ਕਰਨਾ, ਚੇਂਜ ਨਹੀਂ ਕਰਨਾ। ਇਟ ਇਜ਼ assumed that all variable factor are equally efficient ਔਰ ਸਾਰੇ ਜੋ ਫੈਕਟਰ ਯੂਜ਼ ਕੀਤੇ ਜਾਂਦੇ ਨੇ ਇਕੁਅਲੀ ਜਿਹੜੇ ਨੇ ਉਹ ਵਰਕ ਕਰਨਗੇ ਇਹਦੇ ਵਿੱਚ। ਸੋ ਨਾਓ ਟੇਬਲ ਦੇ ਵਿੱਚ ਕੀ ਹੈ, ਇਸ ਫਿਕਸਡ ਫੈਕਟਰ ਹੈ ਜਿਹੜੇ ਕਿ ਅਸੀਂ ਲੈਂਡ ਲਈ ਹੈ 1 ਹੈ, ਵੇਰੀਏਬਲ ਫੈਕਟਰਸ ਨੇ ਲੇਬਰ ਲਈ ਹੈ ਜਿਹੜੀ ਕਿ ਚੇਂਜ ਹੁੰਦੀ ਜਾ ਰਹੀ ਹੈ 1 to 6 ਹੋਈ ਹੈ। ਟੋਟਲ ਪ੍ਰੋਡਕਟ ਦੇਖੋ 10 30 45 ਟੋਟਲ ਪ੍ਰੋਡਕਟ ਸਾਡੇ ਕੋਲ ਇਹ ਆ ਰਹੀ ਹੈ। ਔਰ MP ਕੀ ਹੁੰਦਾ ਸਾਨੂੰ ਪਤਾ ਹੈ ਕਿ MP ਟੋਟਲ ਪ੍ਰੋਡਕਟ ਦੇ ਵਿੱਚ ਜੋ ਚੇਂਜਸ ਹੁੰਦੇ ਆ 10 to 30 ਦੇ ਵਿੱਚ 20 ਦੈਨ 30 to 45 50 ਆ ਗਿਆ 15 then 7 52 minus 52 0 ਆ ਗਿਆ 52 48 minus 4 ਆ ਗਿਆ। ਠੀਕ ਹੈ, ਨੈਕਸਟ ਆਊਟਪੁੱਟ ਦੇ ਵਿੱਚੋਂ ਲਾਸਟ ਵਾਲੀ ਜੋ ਆਊਟਪੁੱਟ ਹੋਏਗੀ ਜਦੋਂ ਅਸੀਂ ਉਹ ਮਾਈਨਸ ਕਰਾਂਗੇ ਤਾਂ ਸਾਡੇ ਕੋਲ MP ਆ ਜਾਏਗਾ। ਦੇਖੋ ਇਹਦੇ ਵਿੱਚ ਹੁਣ ਫੇਸਿਸ ਬਣਾਏ ਗਏ ਨੇ ਅਲੱਗ-ਅਲੱਗ। ਫਸਟ ਫੇਜ਼ ਦੇ ਵਿੱਚ ਜਦੋਂ ਅਸੀਂ 1 ਔਰ 2 ਲੇਬਰ ਨੂੰ ਯੂਜ਼ ਕਰ ਰਹੇ ਹਾਂ ਤਾਂ ਸਾਡੇ ਕੋਲ ਟੋਟਲ ਪ੍ਰੋਡਕਟ ਇਨਕਰੀਜ਼ ਹੋ ਰਹੀ ਹੈ ਔਰ MP ਵੀ ਇਨਕਰੀਜ਼ ਹੋ ਰਹੀ ਹੈ। ਸੋ ਦੈਟ ਇਜ਼ ਕਾਲਡ ਇਨਕਰੀਜ਼ਿੰਗ ਰਿਟਰਨ ਟੂ ਅ ਫੈਕਟਰ, ਇਟਸ ਅ ਫਸਟ ਫੇਜ਼। ਠੀਕ, next 45 52 52 it means
ਇਨਕਰੀਜ਼ਿੰਗ ਤਾਂ ਹੋ ਰਹੀ ਹੈ ਬਟ ਪਹਿਲਾਂ ਵਾਲੇ ਰੇਟ ਦੇ ਨਾਲ ਇਨਕਰੀਮੈਂਟ ਪ੍ਰੋਡਕਸ਼ਨ ਦੇ ਵਿੱਚ ਨਹੀਂ ਹੋ ਰਿਹਾ। ਕਿੱਥੇ ਤਾਂ 20 ਸੀ ਬਟ ਹੁਣ ਸਾਡੇ ਕੋਲ 15% ਹੀ ਸਾਡੇ ਕੋਲ ਚੇਂਜਸ ਆ ਰਹੇ ਨੇ ਟੋਟਲ ਪ੍ਰੋਡਕਟ ਦੇ ਵਿੱਚ। ਠੀਕ ਹੈ, ਬਾਅਦ ਵਿੱਚ ਕੀ ਹੋ ਰਿਹਾ, ਸਾਡੀ ਜੋ ਪ੍ਰੋਡਕਟ ਹੈ ਉਹ 0 ਤੇ ਆ ਜਾਂਦੀ ਹੈ। ਇਟ ਮੀਨਸ ਇਹ ਡਿਮਿਨਿਸ਼ਿੰਗ ਰਿਟਰਨ ਟੂ ਅ ਫੈਕਟਰ ਹੈ। ਸੈਕੰਡ ਫੇਜ਼ ਇਜ਼ ਡਿਮਿਨਿਸ਼ਿੰਗ ਰਿਟਰਨ ਟੂ ਅ ਫੈਕਟਰ ਕਿ ਇੰਕਰੀਮੈਂਟ ਹੋ ਰਿਹਾ ਬਟ ਪਹਿਲਾਂ ਵਾਂਗੂ ਇੰਕਰੀਮੈਂਟ ਇਨਕਰੀਜ਼ਿੰਗ ਰੇਟ ਤੇ ਨਹੀਂ ਹੋ ਰਿਹਾ। ਨੈਕਸਟ ਕੀ ਹੁੰਦਾ ਹੈ 50 to 48 ਦੈਨ -4 ਤੇ ਆ ਜਾਂਦੀ ਹੈ। ਸੋ ਨੈਗੇਟਿਵ ਰਿਟਰਨ ਟੂ ਅ ਫੈਕਟਰ। ਸੋ ਨੈਗੇਟਿਵ ਰਿਟਰਨ ਸਾਨੂੰ ਮਿਲਦੀਆਂ ਨੇ, ਪਹਿਲਾਂ ਇਨਕਰੀਜ਼ਿੰਗ ਮਿਲਦੀਆਂ ਨੇ, ਫਿਰ ਡਿਮਿਨਿਸ਼ਿੰਗ ਮਿਲਦੀਆਂ ਨੇ, ਫਿਰ ਨੈਗੇਟਿਵ ਰਿਟਰਨਸ ਮਿਲਦੀਆਂ ਨੇ। ਇਟਸ ਅ ਫੇਸ ਆਫ ਦਾ ਲਾਅ ਆਫ ਵੇਰੀਏਬਲ ਪ੍ਰਪੋਰਸ਼ਨ। ਕਲੀਅਰ। ਨੈਕਸਟ O ਐਕਸਿਸ ਦੇ ਉੱਪਰ ਅਸੀਂ यूनिट्स ऑफ वेरिएबल फैक्टर्स लिए है और नीचे O एक्सिस के उपर असी यूज ऑफ वेरिएबल फैक्टर्स लिए है। ठीक है, ये तुसी डायग्राम पूरी इदा ही मैंशन करनी है। ठीक है, पहला असी लॉ ऑफ वेरिएबल प्रपोर्शनस, इत्थे असी टोटल प्रोडक्ट नूं शो करना है ए वाली डायग्राम दे विच, और नीचे वाली डायग्राम दे विच असी मार्जिनल प्रोडक्ट नूं शो करना है। ठीक है, एक डायग्राम होएगी जो शो करती है टोटल प्रोडक्ट की सानूं दिखा रही है और MP सानू की दिखा रही है। ठीक है, सो देखो जो साडे कोल 1 यूनिट के उपर दोनों प्रोडक्ट्स की ने 10-10, सो इट्स अ 10। सैकेंड दे विच TP देखो टोटल प्रोडक्ट 30 है, MP 20 है, दैन 45 है, फिर साडे कोल 15 है। ठीक है, MP इन्हां दे विच जो डिफरेंस लैना है तुसी ओह इक्वल डिफरेंस लेना है। ठीक है, और इन्हां दे विच भी जो डिफरेंस आएगा वो इक्वल होना चाहिए, अदरवाइज जो डायग्राम होएगी वो गलत बन जाएगी। ठीक है, उस तो बाद इन्हां नूं जदों तुसी MP करदे हो तो MP एक 5th पॉइंट के उत्ते 0 आउंदी है, फिर उस तो बाद नैगेटिव ते चली जाती है। ठीक है, और TP देखो इनक्रीज हो रही है और M पॉइंट के उत्ते जो 5 पॉइंट इत्थे 52 के उत्ते सानू मिल रही है बट 40 फिर 48 ते आ जाती है। ठीक है, इत्थे साडे कोल 48 आ रहा है। सो TP फर्स्ट है फेस दे विच सानू इनक्रीजिंग दिखा रही है TP, उस तो बाद डिमिनिशिंग रेट है कि इनक्रीज हो रही है बट फिर घटना शुरू हो जाती है। ठीक है, उस तो बाद TP की शो करती है कि एक पॉइंट ते आके सानू ये डाउन होना स्टार्ट कर देंदी है, और MP की दस रही है इंक्रीमेंट हो रहा है, दैन 0 ते आ जाती है और 0 तो बाद नैगेटिव हो जाती है। सो ये दोनों डायग्राम्स सानू ये शो करदियां ने कि जदों M पॉइंट के उपर TP अपने हाईएस्ट या मैक्सीमम पॉइंट ते हुंदी है उदों जो MP है वो की हुंदी है 0 हुंदी है। क्लीयर, जदों TP डाउन होना स्टार्ट करती है ਤਾਂ जो MP है वो नैगेटिव होना स्टार्ट कर देंदी है। क्लीयर, ये 2 पॉइंट्स ने, पहला जदों TP इनक्रीज है दैन MP भी इनक्रीज होंदी है, एक पॉइंट तो बाद जदों TP अपने मैक्सीमम पॉइंट ते हुंदी है तो MP 0 है, दैन जदों TP डाउन होना स्टार्ट करती है MP नैगेटिव होना स्टार्ट कर देंदी है। ठीक है, सो इट्स ऑल अबाउट लॉ ऑफ वेरीएबल प्रपोर्शन। ठीक है, डायग्राम्स तो बाद तुसी जो ये फेसेस ने उन्होंने एक्सप्लेन करने। ठीक है, फेस 1, फेस 2 एंड फेस 3। ठीक है, और पॉइंट ऑफ इनफ्लैक्शन सानू की दसदा है कि पॉइंट Q इज नोन एज पॉइंट ऑफ इनफ्लैक्शन एज कर्वेचर्स ऑफ द TP कर्व चेंज एट दिस पॉइंट, क्योंकि इस पॉइंट तो बाद यह चेंज होना स्टार्ट कर देंदी है। ठीक है, चेंजेस होने के मीनस तो मतलब है कि इनक्रीज होंदी है, इनक्रीज इनफ्लैक्शन पॉइंट्स विच इनक्रीज होने तो बाद जो TP दे विच चेंजेस होने स्टार्ट हो जाते हैं। ठीक है, सो इट्स ऑल अबाउट द लॉ ऑफ वेरिएबल प्रपोर्शंस। नाउ नेक्स्ट इज प्रैक्टिकल क्वेश्चंस। सो इन दिस क्वेश्चंस वी कैलकुलेट एवरेज प्रोडक्ट एंड मार्जिन प्रोडक्ट। वेरिएबल्स फैक्टर दिते हुए है कि 0 to 5 है, टोटल प्रोडक्ट दी हुई है। ठीक है, वेरिएबल फैक्टर्स टोटल एवरेज प्रोडक्ट सानू पता है कि TP ओवर वेरीएबल फैक्टर्स होंगे है, सो डिवाइड करके साढ़े कोल AP आ जाएगी। MP की होंगे कि जिन्ना TP दे विच चेंजेस होंगे है दैट इज़ कॉल्ड MP। ठीक है, 8, 10, 12 हो जाएगा TP, और जो असी TP दे विचों माइनस करते जाने हैं दैन वी विल गेट द MP। ठीक है, उस तो बाद नैक्सट है कैलकुलेट AP एंड MP फ्रॉम द
AP and MP from the following particulars, ठीक है। इट्स अ लैंड, लेबर और टोटल प्रोडक्ट दी हुई है। और एवरेज प्रोडक्ट की होंगी है TP ओवर वेरीएबल फैक्टर्स, ठीक है। जो असी इन्हों डिवाइड करांगे वी विल गैट द एवरेज प्रोडक्ट। और MP की होएगी टोटल प्रोडक्ट दे विच जिन्ना डिफरेंस आ रहा दैट इज़ 0, 20, दैन 50 माइनस 20 30, 90 माइनस 50 40, सो इट्स अ कॉल्ड MP। क्लीयर है। नैक्सट है कैलकुलेट TP एंड AP। वेरीएबल फैक्टर्स मैंशन ने। हुण सानू MP दी हुई है मार्जिनल प्रोडक्ट TP। सो मार्जिनल जो असी मार्जिनल प्रोडक्ट कैलकुलेट करते हैं तो TP दे विचों माइनस किया जाता है, बट जो असी TP कैलकुलेट करने आ तो MP नूं की किया जाएगा, प्लस कर देंगे, ठीक है। 24 24 प्लस 20 44, दैन प्लस 60 16 प्लस 12 72 आ जाएगा। इदा नैक्सट जी क्वांटिटी है जो असी प्लस करते जावांगे दैन वी विल गैट द TP टोटल प्रोडक्ट। हुण एवरेज प्रोडक्ट की होएगी TP ओवर वेरीएबल फैक्टर, ठीक है। जो इन्हों डिवाइड किया जाएगा दैन वी विल गैट द एवरेज प्रोडक्ट, ठीक।